गुरु रूप प्यारी साध संगत जी, वाहिगुरु जी का खालसा, वाहिगुरु जी की फतेह। प्रोफैसर पूरन सिंह जी की कमोलक रचना है जिस दा सिरलेख है कवि दा दिल। इस विच आप जी ने आम कवियां दी तां गल छड्डो, कालीदास ते शेक्सपीयर आदि नूं सब नूं सकूल दे मुंडे किया है। भाव ये कि जिहड़ा असली कवि होंदा है ਉਹ ਇਹਨਾਂ ਤੋਂ ਵੀ ਬਹੁਤ ਉੱਚੇ ਰੱਬੀ ਰੰਗ ਵਿੱਚ ਵਰਤਦਾ ਹੈ, ਜਿਸ ਦਾ ਵਿਸਥਾਰ ਇਸ ਲਿਖਤ ਵਿੱਚ ਹੈ। ਇਹ ਲਿਖਤ ਬੜੀ ਡੂੰਘੀ ਹੋਣ ਕਰਕੇ ਜੇ ਨਿਰਾ ਪਹਿਲਾ ਭਾਗ ਪੜਾਂਗੇ ਕੁਝ ਵੀ ਸਮਝ ਨਹੀਂ ਆਏਗਾ, ਦੂਜੇ ਭਾਗ ਵਿੱਚ ਕੁਝ ਜ਼ਿਆਦਾ ਸਮਝ ਆਵੇਗੀ ਤੇ ਤੀਸਰੇ ਭਾਗ ਨੂੰ ਪੜ੍ਹ ਕੇ ਅਸੀਂ ਇਸ ਦੇ ਤੱਤ ਤੱਕ ਪਹੁੰਚ ਸਕਾਂਗੇ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਹਨੇਰਾ ਐਵੇਂ ਚੰਗਾ ਨਹੀਂ ਲੱਗਦਾ, ਪਰ ਜਦ ਪਿਆਰਾ ਕੋਲ ਹੋਵੇ ਤਾਂ ਚਾਨਣੇ ਥੀ ਦਿਲ ਕਾਲਾ ਪੈਂਦਾ ਹੈ। ਹਨੇਰਾ ਸੁਖਾਂਦਾ ਹੈ। ਆਸ਼ਾ ਇਹ ਹੁੰਦੀ ਹੈ ਕਿ ਪਿਆਰ ਦੀ ਤਲਵਾਰ ਦੀ ਮਿੱਠੀ ਤੀਬਰਤਾ ਹੋਰ ਕੋਈ ਤੱਕ ਨਾ ਲਵੇ, ਸਾਰੀ ਦੀ ਸਾਰੀ ਅੰਦਰੇ ਅੰਦਰ ਸਿੰਜਰੇ। ਇਸ ਤਰ੍ਹਾਂ ਦਾ ਸੁਖਾਂਦਾ ਚਾਨਣੇ ਥੇ ਵੀ ਮਿੱਠਾ ਹਨੇਰੇ ਦਾ ਪਰਦਾ ਹਰ ਕੋਮਲ ਉਨਰ ਵਾਲੇ ਦੇ ਚਿੱਤ ਲਈ ਵੀ ਜ਼ਰੂਰੀ ਹੈ। ਔਰ ਬਿਨਾਂ ਚਿੱਤ ਚਾਨਣ ਦੇ ਦੀਵੇ ਦੇ ਹਿਸਾਏ ਕੋਈ ਰਸਕ ਉਨਰੀ ਕਿਰਤ ਹੋ ਹੀ ਨਹੀਂ ਸਕਦੀ। ਕਾਲੇ ਕਾਲੇ ਬੱਦਲ ਜਦ ਘਟਾ ਕੋਪ ਆਣ ਪਰਬਤਾਂ ਤੇ ਛਾਂਦੇ ਹਨ, ਪ੍ਰਤੀਤ ਹੁੰਦਾ ਹੈ ਕਿ ਕਾਲੀ ਪਰਲੇ ਆ ਗਈ ਹੈ। ਪਰ ਜਿਵੇਂ ਹਿੱਸੇ ਦੀਵਿਆਂ ਵਿੱਚ ਪਿਆਰਾਂ ਵਾਲੇ ਚੁੱਪ ਕੋਈ ਗੱਲਾਂ ਕਰਦੇ ਹਨ ਤੇ ਉਹਨਾਂ ਦੇ ਹੱਥ ਪੈਰ ਕਾਂਬਿਆਂ ਵਿੱਚ ਥਰਾਂਦੇ ਹਨ, ਤਿਵੇਂ ਹੀ ਇਸ ਬੱਦਲ ਹਨੇਰੇ ਦੇ ਪਰਦੇ ਪਿੱਛੇ ਕਿਸੇ ਰਸਕ ਪੁਰਖ ਦੇ ਹੱਥ ਫੁੱਟੀ ਫੁੱਟੀ ਟੈਂਦੀ ਬਰਫ਼ ਦੀ ਕਲਮ ਫੜੀ ਹੋਈ ਰਸਕ ਕਿਰਤ ਵਿੱਚ ਕੰਬ ਰਹੇ ਹਨ ਤੇ ਪਰਦੇ ਅੰਦਰ ਹਨੇਰੇ ਵਿੱਚ ਕੋਈ ਅਕਹਿ ਦਰਸ਼ਨ ਤਿਆਰ ਹੋ ਰਿਹਾ ਹੈ। ਤੇ ਇੱਕ ਨਿੱਕੀ ਨਿੱਕੀ ਰਸਕ ਹਿਲਜੁਲ ਦਾ ਪਤਾ ਤਦ ਹੀ ਲੱਗਦਾ ਹੈ ਜਦ ਉਹ ਗੂੜੇ ਰੰਗ ਰੰਗਣ ਵਾਲਾ ਰੰਗਰੇਜ਼ ਹਨੇਰੇ ਦਾ ਪਰਦਾ ਅੱਧਾ ਖੱਬੇ ਅੱਧਾ ਸੱਜੇ ਅਚਾਨਕ ਪਰੇ ਕਰਕੇ ਦੂਰ ਬੈਠੀ ਦੂਨ ਦੀ ਅੱਖ ਅੱਗੇ ਇੱਕ ਨਵੀਂ ਵਿਆਹੀ ਵੋਟੀ ਦੇ ਚਮਕਦੇ ਮੁਖ ਵਾਂਗ ਚੋਟੀ ਤੇ ਇੱਕ ਸੱਜੀ ਹੀਰਿਆਂ ਜੜੀ ਪਰਬਤ ਦੀ ਚੋਟੀ ਦਾ ਵਰਣਨ ਕਰਾਂਦਾ ਹੈ। ਰਾਤੋਂ ਰਾਤ ਫੰਗ ਲਾ ਕੇ ਪਰੀ ਵਾਂਗ ਉੱਡ ਮੱਧਮ ਆਸਮਾਨਾਂ ਵਿੱਚ ਬਿਨਾਂ ਧਰਤ ਦੇ ਇੱਕ ਅਡੋਲ ਖੜੀ ਪਰੀ ਹੈ ਤੇ ਉਸ ਦੇ ਸਿਰ ਤੇ ਕਿਸ ਤਰ੍ਹਾਂ ਸੂਰਜ ਸੁਹਾਗੇ ਭਾਗੇ ਦੇ ਮਹਿੰਦੀ ਰੰਗ ਛਿੜਕਦਾ ਹੈ ਤੇ ਚਿਹਰਾ ਸੋਹਣੀ ਦਾ ਕਿੰਸ਼ੋਖੀ ਪਕੜਦਾ ਹੈ। ਸੁਹਣਬ ਦੇ ਦਰਸ਼ਨ ਦੀ ਪੂਜਾ ਤਾਂ ਵੇਖਣ ਵਾਲੀ ਅੱਖ ਕਰਦੀ ਹੈ। ਹਾਂ, ਨਿਰੀ ਅੱਖ ਕਰਦੀ ਹੈ, ਅਡੋਲ ਤੱਕ ਤੱਕ ਮਸਤ ਹੁੰਦੀ ਹੈ, ਕੁਝ ਖੁਸ਼ੀ ਦੇ ਨਸ਼ੇ ਵਿੱਚ ਲਾਲੀ ਅੱਖ ਵਿੱਚ ਝਲਕਦੀ ਹੈ, ਪਰ ਦਰਸ਼ਨ ਕਰਨ ਵਾਲੇ ਦਾ ਰੋਮ ਰੋਮ ਪੂਜਾ ਕਰਦਾ ਹੈ। ਉਹਦੀ ਹਾਲਤ ਸਦਾ ਬੇਬਲਤਾ ਦੀ ਹੁੰਦੀ ਹੈ। ਉਹ ਤਾਂ ਬਣਾਉਂਦੇ ਬਣਾਉਂਦੇ ਕੰਬਦਾ ਹੈ, ਸਿਰ ਤੋਂ ਲੈ ਕੇ ਪੈਰ ਤੱਕ ਥਰਥਰਾਂਦਾ ਹੈ। ਇੱਕ ਇੱਕ ਕਲਮ ਦੀ ਛੋਹ ਬੁਰਸ਼ ਰੰਗਾਂ ਦੀ ਲੋੜ ਉਹਨੂੰ ਬੇਹਾਲ ਕਰਦੀ ਹੈ। ਲੱਖਾਂ ਖੁਸ਼ੀ ਦੀਆਂ ਘੜੀਆਂ ਪਲ ਛਿਨ, ਲੱਖਾਂ ਮਸਤੀ ਭਰੇ ਜੀਵਨ ਇੱਕ ਨੂਰਾਨੀ ਚਿਹਰੇ ਦੀ ਈਦ ਦੀ ਘੜੀ ਤੱਕ ਉਸ ਉੱਪਰ ਕੁਰਬਾਨ ਕੋਲੀ ਵਾਰੇ ਜਾ ਚੁੱਕੇ ਹਨ। ਇੱਕ ਰਸਿਕ ਕਿਰਤ ਵਿੱਚ ਲੱਖਾਂ ਰਸਕ ਕਰਤਾਰ ਆਏ ਹਨ, ਆਪਣਾ ਹੱਥ ਲਾ ਕੇ ਉਹਦੀ ਕਿਰਤ ਨੂੰ ਭਾਗ ਦੇ ਸੋਹਣੇ ਰੰਗ ਬਖਸ਼ਦੇ ਗਏ ਹਨ। ਉਸ ਰਸਕ ਕਿਰਤੀ ਦੇ ਪਰਦੇ ਪਿੱਛੇ ਹਾਲਤ ਕੁਛ ਇੱਕ ਸ਼ਖਸੀ ਨਹੀਂ, ਅਨੇਕ ਸ਼ਖਸੀ ਹੈ। ਉਹ ਆਪ ਨਰਾਂ ਤੇ ਨਾਰੀਆਂ, ਆਵੇਸ਼ਾਂ, ਦੇਵੀ ਦੇਵਤਿਆਂ ਦਾ ਜਗਮਗ ਕਰਦੀਆਂ ਲਾਟਾਂ ਦਾ ਕੁਝ ਮਿਲਿਆ ਜੁਲਿਆ ਇੱਕ ਰੰਗ ਹੈ, ਜਿਹੜਾ ਪਿਘਲਦਾ ਤੇ ਜੰਮਦਾ, ਮੁੜ ਜੰਮਦਾ ਤੇ ਪਿਘਲਦਾ ਹੈ। ਅੰਦਰ ਕੋਈ ਅਣਡਿੱਠਾ ਜਿਹਾ ਮੰਦਰ ਹੈ। ਪੂਜਾ ਸਦਾ ਉੱਥੇ ਬੁੱਤਾਂ ਦੀ ਹੁੰਦੀ ਹੈ ਤੇ ਇੱਕ ਆਦਮੀ ਖੜਾ ਪਿਆਰ ਦੀ ਪਾਗਲਤਾ ਵਿੱਚ ਲੱਖਾਂ ਦੀਵੇ ਜਗਾਏ ਆਰਤੀ ਉਤਾਰਦਾ ਹੈ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਇੱਕ ਪਰਦੇ ਅੰਦਰ ਸਮੂਹਾਂ ਦੀ ਸੋਹਣਪ ਵਾਲਾ ਹੈ। ਲੱਖਾਂ ਦੀ ਆਦਮੀ ਤੇ ਤੀਵੀਆਂ ਸੋਹਣੇ ਗਹਿਣੇ ਤੇ ਕੱਪੜੇ ਲਾਏ, ਕਿਸੀ ਹੱਥ ਸੰਖ, ਕਿਸੀ ਹੱਥ ਛੇਣੇ, ਕਿਸੀ ਹੱਥ ਕੈਂਸੀਆਂ, ਕਿਸੀ ਹੱਥ ਲਾਟਾਂ, ਕਿਸੀ ਹੱਥ ਘੰਟੀਆਂ, ਕਿਸੀ ਹੱਥ ਢੋਲਕੀ, ਕਿਸੀ ਹੱਥ ਕੋਈ ਸਾਜ਼, ਕਿਸੀ ਹੱਥ ਕੋਈ ਸਾਜ਼।
ਲੱਖਾਂ ਸਾਜ਼ਾਂ ਨਾਦਾਂ ਦਾ ਸਮੂਹ ਆਰਤੀ ਵਿੱਚ ਸ਼ਾਮਲ ਹੈ ਤੇ ਜਗਮਗ ਆਰਤੀ ਹੋ ਰਹੀ ਹੈ ਤੇ ਪਿਆਰ ਵਾਲੇ ਬੁੱਤਪਰਸਤ ਦੇ ਆਵਾਜ਼ ਦੀ ਪ੍ਰਤੀਧਵਨੀ ਲੱਖਾਂ ਕੰਨਾਂ ਵਿੱਚ ਭਰੀ ਮੰਦਰ ਵਿੱਚ ਗੂੰਜ ਰਹੀ ਹੈ। ਕੁਛ ਇਸ ਤਰ੍ਹਾਂ ਦੀ ਅਜੀਬ ਉਸ ਦਰਸ਼ਨਾਂ ਨੂੰ ਕਰਾਉਣ ਵਾਲੇ ਦੇ ਰੂਹ ਦੀ ਅਠਪਹਿਰੀ ਹਿਲਜੁਲ ਵਿੱਚ ਆਈ ਇੱਕ ਪਿਆਰ ਸਮਾਧੀ ਵਿੱਚ ਠਹਿਰੀ ਹੋਈ ਬੇਬਲਤਾ ਹੈ, ਜਿਹੜੀ ਇੱਕ ਘੜੀ ਦੇ ਘੜੀ ਸੋਹਣਬ ਦੀ ਦੀਦਾਰ ਲਈ ਸਦੀਆਂ ਲੰਮੀ ਪਰਲੇ ਦੇ ਰੰਗ ਮੰਗਦੀ ਹੈ ਤੇ ਰਸਕ ਕਿਰਤ ਵਾਲਾ ਸਾਹੋ ਸਾਹ ਹੋਇਆ ਕਿਰਤ ਵਿੱਚ ਲੱਗਾ ਹੈ। ਵੇਲ ਰਤਾ ਨਹੀਂ, ਤਾਵਲ ਤਾਵਲ ਤਾਂ ਕੁਛ ਅਨੰਤ ਬੇਸਬਰੀ ਦਾ ਅੰਦਰ ਪ੍ਰਭਾਵ ਰਿਹਾ ਹੈ। ਇਉਂ ਜਾਪਦਾ ਹੈ ਕਿ ਖਾਸ ਘੜੀ ਸ਼ਗਨ ਨੂੰ ਮੰਨ ਕੇ ਉਹਦੇ ਲੰਘ ਜਾਣ ਦੇ ਡਰ ਦੀ ਕਾਲ ਹੈ ਤੇ ਉਸ ਨਛੱਤਰੀ ਪਲ ਥੀ ਪਹਿਲਾਂ ਸਭ ਸਮੱਗਰੀ ਦੀਦਾਰ ਦੀ ਤਿਆਰ ਕਰਨੀ ਹੈ ਤੇ ਦਰਸ਼ਨਾਂ ਦੀ ਘੜੀ ਅਜ਼ਲ ਥੀ ਬੀਤ ਚੁੱਕੀ ਹੈ। ਉਹ ਅਟਲ ਹੈ ਜੋ ਦਰਸ਼ਨ ਹੋਣੇ ਹਨ, ਬਸ ਉਸ ਵੇਲੇ ਹੋਣੇ ਹਨ। ਸੋ ਹਰ ਉਨਰ ਵਿੱਚ ਕੁਦਰਤ ਦੇ ਦਿਲ ਵਿੱਚ ਰਹਿੰਦੇ ਕਵੀ ਕਰਤਾਰਾਂ ਨੂੰ ਪਤਾ ਹੈ ਕਿ ਹਰ ਸੋਹਣੀ ਚੀਜ਼, ਭਾਵੇਂ ਕਵਿਤਾ, ਭਾਵੇਂ ਚਿੱਤਰ, ਭਾਵੇਂ ਬੁੱਧ ਦੇ ਆਵੇਸ਼ ਆਗਮਨ ਤੇ ਨਿਖਰਨ ਦੀ ਆਪਣੀ ਆਪਣੀ ਸੰਜੋਗੀ ਘੜੀ ਹੁੰਦੀ ਹੈ ਜਦ ਉਹਦਾ ਅੰਦਰਲਾ ਰਸ ਵੱਜਦਾ ਹੈ। ਅੰਦਰ ਦੀ ਕਰਤਾਰੀ ਕਿਰਤ ਦੇ ਖੁੱਲੇ ਦੀਦਾਰ ਕਦੀ ਨਹੀਂ ਆਉਂਦੇ ਹਮੇਸ਼ਾ। ਕਦੀ ਕਵੀ ਪਰਦੇ ਵਿੱਚ ਦੀ ਕੋਈ ਝਲਕਾ ਵੱਜਦਾ ਹੈ। ਇਉਂ ਤਾਂ ਬਣੀ ਘੜੀ ਜੜੀ ਮੜੀ ਤਸਵੀਰ ਸੋਹਣੀ ਹੈ, ਪਰ ਚਿੱਤਰਕਾਰ ਦੇ ਦਿਲ ਵਿੱਚ ਲਟਕੀ ਚਿੱਤ ਦੇ ਪਰਦੇ ਉੱਤੇ ਜਦੋਂ ਬਣ ਰਹੀ ਸੀ, ਉਹਦੀ ਉਭਰਦੀ ਸੋਹਣਪ ਤੇ ਕਿਣਕਾ ਜੁੜਦੀ ਸੋਹਣਪ ਕੁਝ ਹੋਰ ਹੀ ਵੱਧ ਸੁਆਦਲੀ ਚੀਜ਼ ਹੈ। ਅੱਜ ਅਸੀਂ ਕਵੀ ਚਿੱਤ ਦੇ ਅੰਦਰ ਹਨੇਰੇ ਵਿੱਚ ਝਾਤੀਆਂ ਮਾਰ ਕੇ ਦੇਖਣਾ ਚਾਹੁੰਦੇ ਹਾਂ ਕਿ ਉੱਥੇ ਅਨੇਕਾਂ ਲਟਕੀਆਂ ਤਸਵੀਰਾਂ ਜਿਹੜੀਆਂ ਫੱਬ ਕੇ ਆਉਂਦੀਆਂ ਹਨ, ਉਹ ਕਵੀ ਚਿੱਤ ਆਪਣੇ ਅੰਦਰ ਕਿਸ ਤਰ੍ਹਾਂ ਬਣਾਉਂਦਾ ਹੈ। ਤੇ ਇਸ ਖੋਜ ਲਈ ਸਾਡਾ ਚਾਅ ਅੱਜ ਉਸੇ ਤੀਬਰਤਾ ਵਿੱਚ ਹੈ ਜਿਹੜਾ ਹਰ ਦਿਲ ਨੂੰ ਘੁੰਡ ਚੁੱਕ ਕੇ ਨਵੀਂ ਵੋਟੀ ਦਾ ਸਜਰਾ ਪਿਆਰਾ ਮੂੰਹ ਦੇਖਣ ਲਈ ਆਉਂਦਾ ਹੈ। ਕਵੀ ਚਿੱਤ ਇੱਕ ਪਾਰਦਰਸ਼ੀ ਅਨੋਖਾ ਜਿਹਾ ਸ਼ੀਸ਼ਾ ਹੈ। ਸਿਕੰਦਰ ਦੇ ਜਾਮੇ ਜ਼ਮਜ਼ਮ ਥੀ ਹੋਰ ਅਦਭੁਤ ਤੇ ਕਰਾਮਾਤੀ ਹੈ। ਇਸ ਵਿੱਚ ਇੱਕੋ ਵਕਤ 2-3 ਕੰਮ ਹੁੰਦੇ ਹਨ। ਇੱਕ ਤਾਂ ਜੋ ਅਕਸ ਉਸ ਤੇ ਪੈਂਦੇ ਹਨ, ਉਹ ਜੀਂਦੇ ਚਿੱਤਰੋਂ ਨਿਬੜਦੇ ਹਨ। ਉਸ ਵਿੱਚ ਭੌਂ ਵਰਗਾ ਕੋਈ ਖਾਸਾ ਹੈ। ਸੋਹਣਪ ਅਕਸ ਦੇ ਬੀਜ ਮਾਨੋ ਜਦ ਉਸ ਚਿੱਤ ਸ਼ੀਸ਼ਾ ਰੂਪ ਭੌਂ ਤੇ ਪੈਂਦੇ ਹਨ, ਤਦ ਉਹ ਬਿਰਖ ਬਨ ਉੱਥੋਂ ਆਪਣੇ ਵਕਤ ਸਿਰ ਨਿਕਲਦੇ ਹਨ ਤੇ ਅਕਸ ਵੀ ਜਿਵੇਂ ਅਸੀਂ ਦੱਸ ਆਏ ਹਾਂ, ਬਾਹਰ ਦੀ ਖੁੱਲੀ ਸੋਹਣਪ ਦੇ ਬਿਜਲੀ ਦੇ ਚਮਤਕਾਰਿਆਂ ਵਾਂਗ ਪੈਂਦੇ ਹਨ। ਤੇ ਦੂਜਾ, ਇਸ ਚਿੱਤ ਵਿੱਚ ਇੱਕ ਅਜੀਬ ਤਰ੍ਹਾਂ ਦੀ ਸੋਹਣਪਣਿਆਂ ਦੀ ਚੋਣ ਦੀ ਤਾਕਤ ਹੈ, ਜਿਹੜੀ ਉਸੀ ਤਰ੍ਹਾਂ ਆਪ ਮੁਹਾਰੀ ਨਿਖਾਰਦੀ ਤੇ ਚੁਣਦੀ ਹੈ ਜਿਸ ਤਰ੍ਹਾਂ ਫੁੱਲਾਂ ਤੇ ਪੱਤੀਆਂ ਦੇ ਪਰਮਾਣੂਆਂ ਵਿੱਚ ਸੂਰਜ ਦੀ ਚਿੱਟੀ ਰੋਸ਼ਨੀ ਨੂੰ ਸਤਰੰਗਾਂ ਵਿੱਚ ਫਾੜਨ ਦੀ ਸਹਿਜ ਸੁਭਾਈ ਸ਼ਕਤੀ ਹੈ। ਸਾਵਾ ਪੱਤਾ ਹੋਰ ਸਾਰੇ ਰੰਗ ਅੰਦਰ ਜਜ਼ਬ ਕਰ ਲੈਂਦਾ ਹੈ ਤੇ ਸਾਵੇ ਰੰਗਾਂ ਦੀ ਕਿਰਨ ਨੂੰ ਆਪਣੇ ਥੀਂ ਬਾਹਰ ਕੱਢ ਕੇ ਸੁੱਟਦਾ ਹੈ। ਇਉਂ ਹੀ ਲਾਲ, ਊਂਦਾ, ਗੁਲਾਬੀ ਤੇ ਹੋਰ ਰੰਗਾਂ ਦੀ ਸਾਰੀ ਸੋਹਣਪ ਪੱਤਿਆਂ ਤੇ ਹੋਰ ਰੰਗ ਰੰਗੀਲੀਆਂ ਚੀਜ਼ਾਂ ਦੇ ਸਫੈਦ ਨੂਰ ਨੂੰ ਫਾੜਨ ਲਈ ਅੰਦਰਲੇ ਕਰਿਸ਼ਮੇ ਤੇ ਖੜੀ ਹੈ। ਠੀਕ ਇਸੀ ਤਰ੍ਹਾਂ ਕਵੀ ਚਿੱਤ ਵਿੱਚ ਸੋਹਣਪਣਿਆਂ ਦੀ ਚੋਣ ਦੀ ਤਾਕਤ ਹੈ ਤੇ ਨਾਲੇ ਨਿਖਾਰਨ ਦੀ ਸ਼ਕਤੀ। ਜਦ ਕੋਈ ਸੋਹਣੀ ਚੀਜ਼ ਕਵੀ ਚਿੱਤ ਦੇ ਸਾਹਮਣੇ ਆਈ, ਉਹ ਉਹਨੂੰ ਪਰਮਾਣੂ ਕਰ ਛੱਡਦਾ ਹੈ। ਇਹ ਹੰਸ ਵਿਵੇਕ ਵਰਗਾ ਕੋਈ ਗੁਣ ਹੈ ਤੇ ਮੁੜ ਜੋ ਅੰਦਰ ਲਟਕੀਆਂ ਦਿਸਦੀਆਂ ਆਪ ਮੁਹਾਰੀਆਂ ਬਣ ਰਹੀਆਂ ਤਸਵੀਰਾਂ ਦੀ ਪਲ ਦੀਆਂ ਲੋੜਾਂ ਹਨ। ਇਹਨਾਂ ਲਈ ਇੱਕ ਬੇਹੋਸ਼ੀ ਜਿਹੀ ਵਿੱਚ ਇੱਕ ਸਹਿਜ ਸੁਭਾਅ ਆਪ ਮੁਹਾਰਤਾ ਵਿੱਚ ਚੁਣਦਾ ਹੈ ਤੇ ਉਹ ਪਰਮਾਣੂ ਖੜਕ ਉੱਥੇ ਠੀਕ ਸਿੱਧੇ ਜਾ ਜੁੜਦੇ ਹਨ ਜਿਵੇਂ ਉਹਨਾਂ ਦੀ ਲੋੜ ਹੈ। ਇਹ ਆਵੇਸ਼ ਦੁਆਰਾ ਅੰਦਰ ਗਈਆਂ ਦੀ ਚੁੰਮਟ ਵੱਖਰੀ ਤਸਵੀਰਾਂ ਦੇ ਅੰਗਾਂ ਨਾਲ ਮਾਦੇ ਦੇ ਅਣੂਆਂ ਪਰਮਾਣੂਆਂ ਦੀ ਅੰਦਰਲੀ ਕੀਮਿਆਈ ਚੁੰਮਟ ਵਾਂਗ ਇੱਕ ਮਿਕਨਾਤੀਸੀ ਤੇ ਬਿਜਲੀ ਜਿਹੀ ਚੁੰਮਟ ਹੈ ਤੇ ਬਸ ਕਵੀ ਚਿੱਤੇ ਦੇ ਆਵੇਸ਼ਕ ਫਾੜਨ ਤੇ ਖਿਲਾਰਨ ਦੀ ਢਿੱਲ ਹੈ ਕਿ ਬਿਨਾਂ ਕਿਸੇ ਦੇਰੀ ਦੇ ਝਟਾ-ਪਟ ਥਾਈਂ ਪਰ ਥਾਈਂ ਜਾ ਆਕਰਖਿਤ ਹੁੰਦੀਆਂ ਹਨ। ਇਹਦਾ ਉਦਾਹਰਣ ਦੇਣਾ ਇੱਥੇ ਚੰਗਾ ਹੋਵੇਗਾ। ਕਵੀ
ਆਪਣੇ ਇੰਦਰੀਆਂ ਤੇ ਸਰੀਰ ਨੂੰ ਵਗਦੇ ਜਲ ਵਾਂਗ ਨਿਸਲ ਸੁੱਟੀ ਰੱਖਦਾ ਹੈ। ਬਸ ਕਵੀ ਚਿੱਤ ਇੱਕ ਹੈ ਜਿਹੜਾ ਸਦਾ ਕੰਮ ਕਰਦਾ ਵੀ ਅਕਰਹਿ ਹੈ। ਹਾਂਜੀ, ਕਵੀ ਆਪਣੇ ਇੰਦਰੀਆਂ ਤੇ ਸਰੀਰ ਨੂੰ ਵਗਦੇ ਜਲ ਵਾਂਗ ਨਿਸਲ ਸੁੱਟੀ ਰੱਖਦਾ ਹੈ। ਬਸ ਕਵੀ ਚਿੱਤ ਇੱਕ ਹੈ ਜਿਹੜਾ ਸਦਾ ਕੰਮ ਕਰਦਾ ਵੀ ਅਕਰਹਿ ਹੈ। ਉਹ ਧਰਤ ਵਾਂਗ, ਜਲ ਵਾਂਗ, ਆਕਾਸ਼ ਵਾਂਗ ਅਡੋਲ, ਨਿਰਮਲ, ਨਿਰਸੰਕਲਪ, ਠੰਡੇ ਸਾਗਰ ਵਾਂਗ, ਜਿਸ ਤੇ ਲਹਿਰਾਂ ਸਭ ਸੁੱਤੀਆਂ ਪਈਆਂ ਹਨ, ਰਹਿੰਦਾ ਹੈ। ਤੇ ਇਸੀ ਕਰਕੇ ਉਸ ਦੇ ਨਿਸਲ ਸੁੱਤੇ ਪਰ ਬੜੀ ਤੇਜ਼ ਚਾਲ ਵਾਲੇ ਚਿੱਤ ਦੇ ਕੁਦਰਤ ਤੇ ਦਿਲ ਦੇ ਅੰਦਰ ਦੇ ਅਕਸ ਪੈਂਦੇ ਹਨ। ਕੁਦਰਤ ਥੀ ਉੱਚੀ ਦੁਨੀਆ, ਉੱਚੀ ਰੂਹਾਨੀ ਦੁਨੀਆ ਦੇ ਚਾਵਲੇ ਪੈਂਦੇ ਹਨ। ਸੋ ਇਸ ਕਵੀ ਚਿੱਤ ਦੀ ਨਿਸਲਤਾ ਤੇ ਅਕਰਹਿਤਾ ਇੱਕ ਮੁਹਾਰੀ ਸਹਿਜ ਸੁਭਾਅ ਜੀਵਨ ਅਵਸਥਾ ਹੈ, ਜਿਹੜੀ ਉਹਨੂੰ ਕਿਸੇ ਸਾਧਨ ਨਾਲ ਨਹੀਂ, ਆਪ ਮੁਹਾਰੀ ਪ੍ਰਾਪਤ ਹੈ। ਤੇ ਇਸ ਪ੍ਰਾਪਤੀ ਕਰਕੇ ਉਹ ਕਵੀ ਚਿੱਤ ਹੈ। ਇਹ ਬੜੀ ਵਿਰਲੀ ਤੇ ਅਮੋਲਕ ਜੀਵਨ ਅਵਸਥਾ ਹੈ, ਜਿਹੜੀ ਕਿਸੇ ਨੂੰ ਪ੍ਰਾਪਤ ਹੁੰਦੀ ਹੈ। ਤੇ ਇਸ ਕਰਕੇ ਕਵੀ ਵਿਰਲਾ ਕੋਈ ਕਦੀ ਹੁੰਦਾ ਹੈ। ਹੁਣ ਇਹਨਾਂ ਅਕਸਾਂ ਤੇ ਚਾਵਲਿਆਂ ਦੇ ਦੋ ਵੱਖਰੇ ਅਸਰ ਹੁੰਦੇ ਹਨ। ਇੱਕ ਤਾਂ ਚਿੱਤਰਾਂ ਦੇ ਨਵੇਂ ਸਜਰੇ ਖਾ ਕੇ ਸੁੱਜ ਆਪ ਮੁਹਾਰੇ ਅੰਦਰ ਖਿਚੀਂਦੇ ਹਨ ਤੇ ਆਪ ਮੁਹਾਰੇ ਅੰਦਰ ਪਏ ਲਟਕਦੇ ਹਨ। ਇਹ ਕਾੜਾ ਖਿਆਲ ਫੁਰਨੇ ਦੇ ਖਾਕੇ ਹਨ। ਅਨੇਕਾਂ ਸੰਕਲਪ ਚਿੱਤਰ ਅੰਦਰ ਲਟਕਦੇ ਹਨ। ਇਹ ਅਸਰ ਤਾਂ ਇਹਨਾਂ ਆਵੇਸ਼ਾਂ ਦੇ ਆਗਮਨ ਦਾ ਕਵੀ ਅਸਰ ਹੁੰਦਾ ਹੈ। ਇੱਕ ਆਵੇਸ਼ ਦੇ ਅਨੇਕ ਰੂਪ ਬਣ ਕੇ ਅੰਦਰ ਲਟਕ ਜਾਂਦੇ ਹਨ। ਮੁਕੰਮਲ ਕੋਈ ਨਹੀਂ ਹੁੰਦਾ। ਕੋਈ ਖਾਕਾ ਪੂਰਾ, ਕੋਈ ਅੱਧਾ, ਕੋਈ ਇੱਕ ਲਕੀਰ ਹੀ ਜਿਹੀ, ਕੋਈ ਇੱਕ ਰੰਗ ਜਿਹਾ ਕੰਬਦਾ ਅੰਦਰ ਆ ਪੈਂਦਾ ਹੈ। ਤੇ ਇੱਕ ਨਵੀਂ ਪਰਤਿਆਂ ਵਿੱਚ ਅਣਉਗੜੀ ਦੁਨੀਆ ਬਣਨ ਦਾ ਪ੍ਰਭਾਵ ਪੈ ਜਾਂਦਾ ਹੈ। ਤੇ ਦੂਜਾ ਅਸਰ ਸਮੇਂ ਤੇ ਘੜੀ, ਪਲ ਦੇ ਰੰਗ ਤੇ ਮਸਤੀ ਬੇਹੋਸ਼ੀ ਅਨਸਾਰ ਇੱਕ ਬਿਜਲੀ ਵਾਂਗ ਕਰਤਾਰੀ ਅੱਗ ਕੂੰਦ ਪੈਂਦੀ ਹੈ। ਉਹ ਲਿਸ਼ਕਾਂ ਅੰਦਰ ਵੜ ਅੱਧੀ ਉਗੜੀ ਚਿੱਤਰ ਕਵੀ ਚਿੱਤ ਦੀ ਚਿੱਤਰ ਦੁਨੀਆ ਨੂੰ ਲੋੜੀਂਦਾ ਰੰਗ ਰੂਪ ਅਥਵਾ ਰੰਗ ਰੂਪ ਦੇ ਅਣੂ ਤੇ ਪਰਮਾਣੂ ਦਿੰਦੀ ਹੈ। ਕਵੀ ਸਹਿਜ ਸੁਭਾਅ ਬਿਨਾਂ ਪ੍ਰਯੋਜਨ ਇੱਕ ਥਾਂ ਤੇ ਖੜਾ ਕਿਸੇ ਹੋਰ ਕੰਮ ਖੜਾ ਹੈ, ਕੁਝ ਸੌਦਾ ਲੈ ਰਿਹਾ ਹੈ ਤੇ ਉੱਥੇ ਅਚਾਨਕ ਇੱਕ ਬੜੀ ਰੂਪਵਤੀ ਕੋਈ ਕਨਿਆ ਕਿਸੇ ਹੋਰ ਕੰਮ ਆਈ ਹੈ। ਕਵੀ ਦੀ ਅੱਖ ਨੇ ਬਸ ਇੱਕ ਬਿਜਲੀ ਦੀ ਲਿਸ਼ਕ ਜੇ ਆਵੇਸ਼ੀ ਚਾਨਣੇ ਵਿੱਚ ਉਸ ਕੁੜੀ ਦੇ ਰੂਪ ਵੱਲ ਤੱਕਿਆ ਤੇ ਉਹਦੇ ਭਰਵੱਟੇ ਦੀ ਕਾਲਖ ਦਿਲ ਨੂੰ ਚੰਗੀ ਲੱਗੀ, ਜਾਂ ਕੰਨ ਦਾ ਝੁਮਕਾ ਹਿਲਦਾ ਦਿਲ ਨੂੰ ਛੋ ਗਿਆ। ਅੱਖ ਦੇ ਪਲਕਾਂ ਵਿੱਚ ਦੀ ਕੋਈ ਲਿਸ਼ਕ ਪਵਿੱਤਰਤਾ ਦੈਵਸਤਾ ਦੀ ਦਿਸੀ। ਇੱਕ ਇੰਨੇ ਬੜੇ ਅਸਗਾਰ ਰੂਪ ਵਿੱਚੋਂ ਸਾਡੇ ਕਵੀ ਨੂੰ ਪਤਾ ਨਹੀਂ ਕੀ ਚੰਗਾ ਲੱਗਿਆ। ਸਮਾਂ ਲੰਘ ਗਿਆ, ਆਪ ਨੂੰ ਕੁਛ ਪਤਾ ਨਹੀਂ। ਨਜ਼ਾਰਾ ਕਵੀ ਜੀ ਨੂੰ ਭੁੱਲ ਗਿਆ। ਪਰ 10 ਸਾਲ ਬਾਅਦ ਜਦ ਆਪ ਦੇ ਅੰਦਰੋਂ ਇੱਕ ਬਣਿਆ ਪੂਰਾ ਚਿੱਤਰ ਨਿਕਲਿਆ, ਜਿਸ ਵਿੱਚ ਉਹ ਉਸ ਦਿਨ ਦੇਖੀ ਚੰਗੇ ਲੱਗੇ ਅੰਗ ਜਾਂ ਰੰਗ ਜਾਂ ਰੂਪ ਦੀ ਝਲਕ, ਪਲਕ, ਮਟਕ, ਅਦਾ ਜੋ ਕੁਝ ਸੀ, ਉਹ ਇਨ ਬਿਨ ਆਪ ਦੀ ਤਸਵੀਰ ਵਿੱਚ ਆਈ ਪਈ ਹੈ। ਆਪ ਨੇ ਕੁਛ ਨਹੀਂ ਕੀਤਾ। ਇਹ ਆਪ ਦੇ ਕਵੀ ਚਿੱਤ ਦੀ ਸਹਿਜ ਸੁਭਾਅ ਰਸਕ ਕਿਰਤ ਹੈ। ਫਿਰ ਦੁਹਰਾ ਦੇਈ ਕਿ ਕਵੀ ਸਹਿਜ ਸੁਭਾਅ ਬਿਨਾਂ ਪ੍ਰਯੋਜਨ ਇੱਕ ਥਾਂ ਤੇ ਖੜਾ ਕਿਸੇ ਹੋਰ ਖੰਮ ਖੜਾ ਹੈ, ਕੁਝ ਸੌਦਾ ਲੈ ਰਿਹਾ ਹੈ ਤੇ ਉੱਥੇ ਅਚਾਨਕ ਇੱਕ ਬੜੀ ਰੂਪਵਤੀ ਕੋਈ ਕਨਿਆ ਕਿਸੇ ਹੋਰ ਕੰਮ ਆਈ ਹੈ। ਕਵੀ ਦੀ ਅੱਖ ਨੇ ਬਸ ਇੱਕ ਬਿਜਲੀ ਦੀ ਲਿਸ਼ਕ ਜਿਹੇ ਆਵੇਸ਼ੀ ਚਾਨਣੇ ਵਿੱਚ ਉਸ ਕੁੜੀ ਦੇ ਰੂਪ ਵੱਲ ਤੱਕਿਆ ਤੇ ਉਹਦੇ ਭਰਵੱਟੇ ਦੀ ਕਾਲਖ ਦਿਲ ਨੂੰ ਚੰਗੀ ਲੱਗੀ, ਜਾਂ ਕੰਨ ਦਾ ਝੁਮਕਾ ਹਿਲਦਾ ਦਿਲ ਨੂੰ ਛੋ ਗਿਆ। ਅੱਖ ਦੇ ਪਲਕਾਂ ਵਿੱਚ ਦੀ ਕੋਈ ਲਿਸ਼ਕ ਪਵਿੱਤਰਤਾ ਦੈਵਸਤਾ ਦੀ ਦਿਸੀ। ਇੱਕ ਇੰਨੇ ਬੜੇ ਅਸਗਾਰ ਰੂਪ ਵਿੱਚੋਂ ਸਾਡੇ ਕਵੀ ਨੂੰ ਪਤਾ ਨਹੀਂ ਕੀ ਚੰਗਾ ਲੱਗਿਆ। ਸਮਾਂ ਲੰਘ ਗਿਆ, ਆਪ ਨੂੰ ਕੁਛ ਪਤਾ ਨਹੀਂ। ਨਜ਼ਾਰਾ ਕਵੀ ਜੀ ਨੂੰ ਭੁੱਲ ਗਿਆ। ਪਰ 10 ਸਾਲ ਬਾਅਦ ਆਪ ਦੇ ਅੰਦਰੋਂ ਇੱਕ ਬਣਿਆ ਪੂਰਾ ਚਿੱਤਰ ਨਿਕਲਿਆ, ਜਿਸ ਵਿੱਚ ਉਹ ਉਸ ਦਿਨ ਦੇਖੀ ਚੰਗੇ ਲੱਗੇ ਅੰਗ ਜਾਂ ਰੰਗ ਜਾਂ ਰੂਪ ਦੀ ਝਲਕ, ਪਲਕ, ਮਟਕ, ਅਦਾ ਜੋ ਕੁਝ ਸੀ, ਉਹ ਇਨ ਬਿਨ ਆਪ ਦੀ ਤਸਵੀਰ ਵਿੱਚ ਆਈ ਪਈ ਹੈ। ਆਪ ਨੇ ਨਹੀਂ ਕੁਛ ਕੀਤਾ। ਇਹ ਆਪ ਦੇ ਕਵੀ ਚਿੱਤ ਦੀ ਸਹਿਜ ਸੁਭਾਅ ਰਸਕ ਕਿਰਤ ਹੈ।
गुरु रू प्यारी साध संगत जी, इस लिखत दा अगला हिस्सा आप जी नूं अगे पढ़ के सरवण कराउण दी कोशिश करांगे जी। वाहिगुरू जी का खालसा, वाहिगुरू जी की फतेह।